ਬਹੁਤ ਹੀ ਸਤਿਕਾਰਯੋਗ ਗੁਰੂ ਰੂਪ ਗੁਰੂ ਸਾਰੇ ਖਾਲਸਾ ਜੀਓ। ਆਓ ਸਭ ਤੋਂ ਪਹਿਲਾਂ ਗੁਰੂਦੇਵ ਪਾਤਸ਼ਾਹ ਦੀ ਬਖਸ਼ਿਸ਼ ਮੁਕੱਦਸ ਫਤਿਹ ਬੁਲੰਦ ਕਰੀਏ। ਸਤਿਕਾਰ ਸਹਿਤ ਆਖਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਕਸਰ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਨਾਲ ਇਤਿਹਾਸ ਦੇ ਵਿੱਚੋਂ ਕੁਛ ਇਵੇਂ ਦੇ ਤੱਥ ਜਾਂ ਫਿਰ ਇਵੇਂ ਦੀ ਖੋਜ ਜਾਂ ਫਿਰ ਕੁਛ ਇਵੇਂ ਦੀਆਂ ਸੱਚਾਈਆਂ ਪ੍ਰਗਟ ਕਰਨ ਦਾ ਯਤਨ ਕਰਦਾ ਰਹਿੰਦਾ ਹੈ, ਜਿਹਦੇ ਨਾਲ ਕਮ ਸੇ ਕਮ ਜਿਹੜੀਆਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੇ, ਜਿਹੜੀਆਂ ਸਾਡੀਆਂ ਆਉਣ ਵਾਲੀਆਂ ਨਸਲਾਂ ਨੇ, ਉਹਨਾਂ ਦਾ ਇਤਿਹਾਸ ਦੇ ਪ੍ਰਤੀ ਜਿਹੜੇ ਪਾਏ ਗਏ ਜਾਂ ਪਾਏ ਜਾ ਰਹੇ ਭੁਲੇਖੇ ਨੇ, ਉਹਨਾਂ ਦੇ ਪ੍ਰਤੀ ਥੋੜ੍ਹੀ ਜਿਹੀ ਕਲੈਰਿਟੀ ਆਫ ਥਾਟ ਜਿਹੜੀ ਹੈ ਉਹ ਜ਼ਰੂਰ ਹੋ ਜਾਵੇ। ਜਿਸ ਵਿਸ਼ੇ ਨੂੰ ਲੈ ਕੇ ਅੱਜ ਤੁਹਾਡੇ ਨਾਲ ਵਾਬਸਤਾ ਹੋ ਰਿਹਾ ਹੈ, ਸ਼ਾਇਦ ਤੁਸੀਂ ਵੀ ਸਾਰੇ, ਕਿਉਂਕਿ ਅਕਸਰ ਤੁਸੀਂ ਮੈਨੂੰ ਸੋਸ਼ਲ ਮੀਡੀਆ ਦੇ ਉੱਪਰ ਹੀ ਸੁਣਨਾ ਹੈ, ਅਤੇ ਜਿੰਨੇ ਲੋਕ ਅਸੀਂ ਇੰਟਰਨੈਟ ਦੀ ਜਾਂ ਫਿਰ ਇਵੇਂ ਤਰ੍ਹਾਂ ਦੇ ਸਮਾਜਿਕ ਮਾਧਿਅਮਾਂ ਦੀ ਵਰਤੋਂ ਕਰਦੇ ਹਾਂ, ਤੁਸੀਂ ਵੀ ਕਿਤੇ ਵੇਖੋਗੇ ਕਿ ਇੱਕ ਇਵੇਂ ਦੀ ਕਹਿ ਸਕਦੇ ਹੋ ਕਿ ਜਾਣਕਾਰੀ ਜਿਹਦੇ YouTube ਦੇ ਉੱਪਰ 10 ਲੱਖ ਵਿਊ ਨੇ, ਔਰ ਹੈਰਾਨਗੀ ਦੀ ਗੱਲ ਹੈ ਕਿ ਉਸੇ ਤਰ੍ਹਾਂ ਦੀ ਜਾਣਕਾਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਲੋਗੋ ਹੇਠ ਵੀ ਇੱਕ ਵੀਡੀਓ ਦੇ ਵਿੱਚ YouTube ਦੇ ਉੱਪਰ ਪਈ ਹੋਈ ਹੈ। ਉਹ ਵੀਡੀਓ ਹੈ ਕਿ ਉਹਦੇ ਵਿੱਚ ਜਾਣਕਾਰੀ ਕੀ ਹੈ? ਉਹਦੇ ਵਿੱਚ ਜਾਣਕਾਰੀ ਹੈ ਕਿ ਗੁਰੂ ਨਾਨਕ ਸਾਹਿਬ ਦਾ ਕਲਯੁਗ ਦੇ ਨਾਲ ਮਿਲਾਪ, ਔਰ ਜਿਹੜਾ ਕਲਯੁਗ ਦਾ ਰੂਪ ਚਿੱਤਰਣ ਕੀਤਾ ਗਿਆ ਉਹ ਬਿਲਕੁਲ ਜਿਸ ਤਰ੍ਹਾਂ ਅਸੀਂ ਵੇਖਦੇ ਹਾਂ ਕਿ ਕਾਮਿਕਸ ਦੇ ਵਿੱਚ, ਜਾਂ ਜਿਹੜੀਆਂ ਕਹਿ ਸਕਦੇ ਹੋ ਕਿ ਪੁਰਾਣੀ ਜਿਹੜੀ ਚਿੱਤਰ ਪਰੰਪਰਾ ਸੀ, ਉਹਦੇ ਵਿੱਚ ਜਿਸ ਤਰ੍ਹਾਂ ਰਾਖਸ਼ ਦਾ ਰੂਪ ਜਿਹੜਾ ਉਹ ਚਿਤਵਿਆ ਜਾਂਦਾ ਹੈ ਕਿ ਵੱਡੇ ਵੱਡੇ ਦੰਦ, ਕਾਲਾ ਰੰਗ, ਵੱਡਾ ਪੇਟ, ਸਿਰ ਦੇ ਉੱਪਰ ਸਿੰਘ, ਮੂੰਹ ਦੇ ਵਿੱਚੋਂ ਖੂਨ ਵਹਿ ਰਿਹਾ, ਭਾਵ ਕਿ ਜਿੰਨਾ ਵੀ ਭੈਦਾਇਕ ਤੇ ਡਰਾਉਣਾ ਉਸ ਦਾ ਚਿੱਤਰਣ ਕੀਤਾ ਜਾ ਸਕਦਾ ਹੈ, ਓਨਾ ਹੀ ਚਿੱਤਰਣ ਉਹਦੇ ਵਿੱਚ ਕੀਤਾ ਗਿਆ ਹੈ। ਹੁਣ ਉਹਦੇ ਵਿੱਚ ਜਾਣਕਾਰੀ ਕੀ ਦਿੱਤੀ ਗਈ ਹੈ ਕਿ ਗੁਰੂ ਨਾਨਕ ਸਾਹਿਬ ਦਾ ਕਲਯੁਗ ਦੇ ਨਾਲ ਮਿਲਾਪ ਹੋਇਆ। ਹੁਣ ਇਹ ਤਾਂ ਅਸੀਂ ਸਾਰੇ ਜਾਣਦੇ ਹਾਂ ਕਿ ਕਲਯੁਗ ਯੁੱਗ ਇੱਕ ਸਮੇਂ ਦੀ ਇਕਾਈ ਹੈ, ਔਰ ਯੁੱਗਾਂ ਨੂੰ ਨਾਮ ਦਿੱਤੇ ਗਏ ਨੇ, ਸਤਯੁਗ, ਤ੍ਰੇਤਾ, ਦੁਆਪਰ, ਕਲਯੁਗ। ਇਹ ਸਾਰੀਆਂ ਸਮੇਂ ਦੀਆਂ ਇਕਾਈਆਂ ਨੇ। ਕਿਸੇ ਸਮੇਂ ਜਿਹੜਾ ਇਤਿਹਾਸ ਸੀ ਉਹ ਯੁੱਗਾਂ ਦੇ ਵਿੱਚ ਹੁੰਦਾ ਸੀ, ਫਿਰ ਸਦੀਆਂ ਦੇ ਵਿੱਚ ਆ ਗਿਆ, ਸੈਂਚਰੀ ਦੀ ਗੱਲ ਹੋਣ ਲੱਗੀ, ਹਾਫ ਸੈਂਚਰੀ ਦੀ ਗੱਲ ਹੋ ਗਈ, ਗੱਲ ਦਹਾਕਿਆਂ ਦੇ ਉੱਪਰ ਆ ਗਈ, ਅਤੇ ਹੁਣ ਤੇ ਮਾਈਕਰੋ ਸੈਕਿੰਡ ਦੀ ਜਾਣਕਾਰੀ ਜਿਹੜੀ ਹੈ ਉਹ ਹਰ ਜਗ੍ਹਾ ਦੇ ਉੱਪਰ, ਹਰ ਸਮੇਂ ਦੇ ਉੱਪਰ ਸਾਨੂੰ ਮਿਲਦੀ ਰਹਿੰਦੀ ਹੈ, ਕਿਉਂਕਿ ਸੋਸ਼ਲ ਮੀਡੀਆ ਦੇ ਉੱਪਰ ਜੋ ਕੁਛ ਹੋ ਰਿਹਾ ਉਹਦੇ ਤੋਂ ਇਹ ਸਾਰੀ ਜਾਣਕਾਰੀ ਮਿਲਦੀ ਹੈ। ਸੋ ਜਦੋਂ ਕਿਸੇ ਸਮੇਂ ਯੁੱਗਾਂ ਦੀ ਗੱਲ ਕੀਤੀ ਜਾਂਦੀ ਸੀ, ਜਿਹਦੇ ਕਰਕੇ ਮੰਨਿਆ ਜਾਂਦਾ ਹੈ ਕਿ 4 ਯੁੱਗਾਂ ਦੇ ਵਿੱਚ ਤਕਰੀਬਨ 43 ਲੱਖ 20,000 ਜਾਂ ਕਿਤੇ 43 ਲੱਖ 80,000 ਦੀ ਗੱਲ ਵੀ ਆਉਂਦੀ ਹੈ ਕਿ ਇੰਨੇ ਸਾਲ ਹੁੰਦੇ ਸੀ। ਚਲੋ ਇਸ ਨੂੰ ਮੰਨ ਲਿਆ ਜਾਂਦਾ ਹੈ ਕਿ ਇਹ ਇੱਕ ਸਮੇਂ ਦੀ ਇਕਾਈ ਹੈ। ਸੋ ਇਹਦਾ ਸਰੀਰਕ ਤੌਰ ਤੇ ਦ੍ਰਿਸ਼ਮਾਨ ਕਿਵੇਂ ਹੋ ਸਕਦਾ ਹੈ ਕਿ ਕਲਯੁਗ ਸਰੀਰਕ ਤੌਰ ਤੇ ਦ੍ਰਿਸ਼ਮਾਨ ਹੋਵੇ? ਸਮੇਂ ਦੀ ਇਕਾਈ ਸਾਕਾਰ ਰੂਪ, ਸਰੀਰ ਦਾ ਰੂਪ ਜਿਹੜਾ ਉਹ ਧਾਰਨ ਕਰਦੀ ਹੈ, ਤੇ ਗੁਰੂ ਨਾਨਕ ਸਾਹਿਬ ਦੇ ਨਾਲ ਵਾਰਤਾਲਾਪ ਹੁੰਦੀ ਹੈ, ਤੇ ਗੁਰੂ ਸਾਹਿਬ ਦੇ ਬਾਰੇ ਅਸੀਂ ਕਹਿੰਦੇ ਇੱਕ ਬਾਬਾ ਅਕਾਲ ਰੂਪ, ਤੇ ਉਹਨਾਂ ਦੇ ਸਾਹਮਣੇ ਅਸੀਂ ਕਲਯੁਗ ਦਾ ਜਿਹੜਾ ਰੂਪ ਹੈ ਉਹ ਪਹਿਲਾਂ ਪੁਰਾਣੀ ਸਾਖੀ ਪਰੰਪਰਾ ਵਿੱਚ ਕਿਸ ਤਰ੍ਹਾਂ ਆਇਆ ਉਹ ਮੈਂ ਤੁਹਾਡੇ ਨਾਲ ਸਾਂਝਾ ਕਰਦਾ, ਤੇ ਉਸ ਤੋਂ ਬਾਅਦ ਕਿਸ ਤਰ੍ਹਾਂ ਜਿਹੜੀਆਂ ਵੱਖ-ਵੱਖ ਤਰ੍ਹਾਂ ਦੀਆਂ ਸਾਡੀਆਂ ਚਿੱਤਰਾਂ ਦੀਆਂ ਜਿਹੜੀਆਂ ਵੱਖ-ਵੱਖ ਰਵਾਇਤਾਂ ਸੀ, ਜਾਂ ਜਿਹੜੀ ਚਿੱਤਰ ਕਲਾ ਦੀ ਪਰੰਪਰਾ ਸੀ, ਉਹਦੇ ਵਿੱਚ ਉਸ ਰੂਪ ਦਾ ਸਿਰਜਣ ਕੀਤਾ ਗਿਆ। ਤੇ ਫਿਰ ਉਸ ਤੋਂ ਬਾਅਦ ਸਾਡੇ ਕਥਾਵਾਚਕਾਂ ਨੇ, ਸਾਡੇ ਪ੍ਰਚਾਰਕਾਂ ਨੇ ਅੱਜ ਦੇ ਸਮੇਂ ਦੇ ਵਿੱਚ ਵੀ ਉਸ ਸਾਰੇ ਘਟਨਾਕ੍ਰਮ ਨੂੰ ਕਿਸ ਤਰ੍ਹਾਂ ਦੇ ਨਾਲ ਪ੍ਰਚਾਰਿਆ ਕਿ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜਿਸ ਵੇਲੇ ਜਗਨਨਾਥਪੁਰੀ ਤੋਂ ਪਿੱਛੇ ਨੇ, ਕਟਕ ਦੇ ਸ਼ਹਿਰ ਜਾਂ ਕਟਕ ਦੇ ਇਲਾਕੇ ਦੇ ਵਿੱਚ, ਤੇ ਉਸ ਸਮੇਂ ਭਿਆਨਕ ਮੀਂਹ ਆਉਂਦਾ ਹੈ, ਹਨੇਰੀ ਆਉਂਦੀ ਹੈ, ਬੱਦਲ ਨੇ, ਤੂਫਾਨ ਨੇ, ਅਸਮਾਨ ਦਾ ਰੰਗ ਕਾਲਾ ਹੋ ਜਾਂਦਾ ਹੈ, ਤੇ ਮਰਦਾਨਾ ਬੜਾ ਡਰ ਜਾਂਦਾ ਹੈ। ਇੰਨਾ ਡਰ ਜਾਂਦਾ ਹੈ ਕਿ ਜੇਕਰ ਤੁਸੀਂ 1948 ਦੇ ਵਿੱਚ ਜਿਹੜੀ ਸੰਪਾਦਿਤ ਕੀਤੀ ਗਈ ਵਲਾਇਤ ਵਾਲੀ ਜਨਮ ਸਾਖੀ ਹੈ, ਜਿਸ ਨੂੰ ਪੁਰਾਤਨ ਜਨਮ ਸਾਖੀ ਵੀ ਕਿਹਾ ਜਾਂਦਾ ਹੈ,
ਸੋ ਉਸ ਵਲਾਇਤ ਵਾਲੀ ਜਨਮ ਸਾਖੀ ਜਿਹੜਾ ਦੋ ਖਾਸ ਕਰਕੇ ਨੁਕਸੇ ਜਿਹੜੇ ਸੀ, ਇੱਕ ਹਾਫਿਜ਼ਾਬਾਦ ਵਾਲਾ ਤੇ ਇੱਕ ਮਿਸਟਰ ਕਾਲਬਰੁਕ ਵਾਲਾ, ਉਹਨਾਂ ਦੋਹਾਂ ਨੂੰ ਮਿਲਾ ਕੇ ਤੇ ਸੋਧ ਕੇ ਜਿਹੜੀ ਤਿਆਰ ਕੀਤੀ ਗਈ ਹੈ, ਉਹਦੇ ਵਿੱਚ ਵੀ ਇਹ ਗੱਲ ਲਿਖੀ ਹੈ ਕਿ ਜਿਹੜਾ ਮਰਦਾਨਾ ਜੀ ਸੀਗੇ ਉਹ ਇੰਨੇ ਡਰ ਗਏ ਕਿ ਉਹਨਾਂ ਨੇ ਤਾਂ ਮੂੰਹ ਲਗਾ ਲਿਆ। ਹਾਲਾਂਕਿ ਜਿੰਨੇ ਕਿ ਮੈਂ ਭਾਈ ਬਾਲਾ ਜੀ ਜਿਹੜੀਆਂ ਉਹਦੇ ਨਾਮ ਦੇ ਉੱਪਰ ਜਿਹੜੀਆਂ ਪ੍ਰਚਲਿਤ ਜਨਮ ਸਾਖੀਆਂ ਨੇ, ਜਿੰਨੇ ਉਹ ਜਿਹੜੀਆਂ ਨਵੀਨਤਮ ਨੇ, ਉਹਨਾਂ ਦੇ ਵਿੱਚ ਤਾਂ ਕਿਤੇ ਨਾ ਕਿਤੇ ਇਸ ਦਾ ਜ਼ਿਕਰ ਆਉਂਦਾ ਹੈ। ਤੇ ਜਿਹੜੇ ਪੁਰਾਣੀਆਂ ਕਹਿ ਸਕਦੇ ਹੋ ਕਿ ਹੱਥ ਲਿਖਤ ਜਿਹੜੇ ਨੁਕਸੇ ਨੇ, ਉਹਨਾਂ ਦੇ ਵਿੱਚ ਉਹਦਾ ਜ਼ਿਕਰ, ਇਸ ਘਟਨਾ ਦਾ ਜ਼ਿਕਰ ਨਹੀਂ ਮਿਲਦਾ। ਖੈਰ, ਅਸੀਂ ਇਸ ਘਟਨਾ ਦੇ ਉੱਪਰ ਅਸੀਂ ਥੋੜਾ ਸੀਮਤ ਹੋਣ ਦੀ ਕੋਸ਼ਿਸ਼ ਕਰੀਏ ਕਿ ਇਸ ਸਾਰੀ ਘਟਨਾ ਦੇ ਵਿੱਚ ਮਰਦਾਨਾ ਜੀ ਨੂੰ ਬਹੁਤ ਡਰਾ ਦਿੱਤਾ ਗਿਆ। ਔਰ ਜਨਮ ਸਾਖੀ ਪਰੰਪਰਾ ਦੀਆਂ ਬਹੁਤ ਸਾਰੀਆਂ ਕਹਿ ਸਕਦੇ ਹੋ ਕਿ ਐਸੀਆਂ ਸਾਡੇ ਕੋਲ ਹੱਥ ਲਿਖਤਾਂ ਸਾਡੀ ਵੱਖ-ਵੱਖ ਲਾਇਬ੍ਰੇਰੀਆਂ ਦੇ ਵਿੱਚ ਮੌਜੂਦ ਨੇ, ਜਿਨ੍ਹਾਂ ਦੇ ਚਾਹੇ ਉਹ B42 ਹੈ ਜਿਹੜੀ ਇੰਗਲੈਂਡ ਦੇ ਵਿੱਚ ਲੰਦਨ ਦੇ ਵਿੱਚ ਸੀ, ਜਿਸ ਨੂੰ ਡਾਕਟਰ ਪਿਆਰ ਸਿੰਘ ਨੇ ਸੰਪਾਦਿਤ ਕੀਤਾ, ਉਸ ਦੀ ਗੱਲ ਅਸੀਂ ਬਾਅਦ ਦੇ ਵਿੱਚ ਕਰਦੇ ਹਾਂ। ਉਸ ਤੋਂ ਇਲਾਵਾ ਵਲਾਇਤ ਵਾਲੀ ਜਨਮ ਸਾਖੀ, ਉਸ ਤੋਂ ਇਲਾਵਾ ਪੁਰਾਤਨ ਜਨਮ ਸਾਖੀ। ਸੋ ਇਹ ਜਿੰਨੀਆਂ ਵੀ ਜਨਮ ਸਾਖੀਆਂ ਨੇ, ਇਹਨਾਂ ਦੇ ਵਿੱਚ ਕਿਤੇ ਨਾ ਕਿਤੇ ਇਹ ਸਾਰਾ ਚਿੱਤਰਣ ਕੀਤਾ ਗਿਆ। ਤੇ ਮਰਦਾਨਾ ਜੀ, ਜੇਕਰ ਅਸੀਂ ਉਹਨਾਂ ਦੀ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਨਾਲ ਜਦੋਂ ਚੱਲਦੇ ਨੇ, ਤੇ ਜੇਕਰ ਅਸੀਂ ਉਹਨਾਂ ਦਾ ਤੇ ਗੁਰੂ ਨਾਨਕ ਸਾਹਿਬ ਦੇ ਰਿਸ਼ਤੇ ਦੇ ਵਿੱਚ ਇੱਕ ਅਧਿਆਤਮਕਵਾਦੀ ਉਹਨਾਂ ਦਾ ਕਹਿ ਸਕਦੇ ਹੋ ਕਿ ਕੱਦ ਵੇਖਦੇ ਆ ਜਾਂ ਉਹਨਾਂ ਦੀ ਦ੍ਰਿੜਤਾ ਵੇਖਦੇ ਆ, ਤਾਂ ਉਹ ਤਾਂ ਗੁਰੂ ਨਾਨਕ ਸਾਹਿਬ ਨੂੰ ਕਹਿੰਦੇ ਨੇ ਕਿ ਬਾਬਾ ਤੇਰਾ ਤੇ ਮੇਰਾ ਕਾਈ ਅੰਤਰ ਨਹੀਂ, ਤੂੰ ਖੁਦਾਏ ਕਾ ਡੂਮ ਤੇ ਮੈਂ ਤੇਰਾ ਡੂਮ, ਤੇਰਾ ਕਹਿਆ ਖੁਦਾਈ ਮੰਨੇ ਤੇ ਮੇਰਾ ਕਹਿਆ ਤੂੰ ਮੰਨੇ। ਸੋ ਮਰਦਾਨਾ ਤਾਂ ਗੁਰੂ ਨਾਨਕ ਸਾਹਿਬ ਦੇ ਨਾਲ ਰਲ ਕੇ ਜਾਂ ਉਹਨਾਂ ਦੀ ਸ਼ਰਨ ਤੇ ਸੰਗਤ ਦੇ ਵਿੱਚ ਰਹਿ ਕੇ ਉਹ ਤਾਂ ਬਿਲਕੁਲ ਉਹਨਾਂ ਵਰਗੀ ਅਵਸਥਾ ਦੇ ਵਿੱਚ ਪਹੁੰਚ ਚੁੱਕਾ ਹੈ। ਤੇ ਇਹਨਾਂ ਜਿਹੜੀਆਂ ਸਾਡੀਆਂ ਕਹਿ ਸਕਦੇ ਹੋ ਕਿ ਪ੍ਰਚਲਿਤ ਸਾਖੀਆਂ ਨੇ, ਉਹਨਾਂ ਦੇ ਵਿੱਚ ਉਸ ਨੂੰ ਬਹੁਤ ਹੀ ਕਮਜ਼ੋਰ ਤੇ ਡਰਾਕਲ ਜਿਹੜਾ ਉਹ ਵਿਖਾਇਆ ਗਿਆ ਹੈ। ਹੁਣ ਦੂਸਰਾ ਸਵਾਲ ਪੈਦਾ ਹੁੰਦਾ ਹੈ ਕਿ ਜੇਕਰ ਇਹ ਘਟਨਾਕ੍ਰਮ ਜਾਂ ਇਹ ਵਰਤਾਰੇ ਜਾਂ ਇਹ ਸਾਖੀਆਂ ਪੀੜ੍ਹੀ ਦਰ ਪੀੜ੍ਹੀ ਸਾਡੇ ਤੱਕ ਪਹੁੰਚੀਆਂ ਨੇ, ਕਿਸੇ ਨਾ ਤਰ੍ਹਾਂ ਸੀਨਾ ਬਸੀਨਾ ਚੱਲਦੀਆਂ ਪਰੰਪਰਾਵਾਂ ਦੇ ਵਿੱਚੋਂ ਅੱਜ ਵੀ ਇਹ ਸਟੇਜਾਂ ਦੇ ਉੱਪਰੋਂ, ਮੰਚਾਂ ਦੇ ਉੱਪਰੋਂ ਸੁਣਾਈਆਂ ਜਾਂਦੀਆਂ ਨੇ, ਤਾਂ ਇਹਨਾਂ ਦਾ ਕੋਈ ਤਾਂ ਕੋਈ ਆਧਾਰ ਤਾਂ ਹੋਵੇਗਾ। ਕਿਉਂਕਿ ਇਸ ਆਧਾਰ ਦੇ ਵਿੱਚੋਂ ਵੀ ਤੁਸੀਂ ਵੇਖੋਗੇ ਕਿ ਬਹੁਤ ਸਾਰੇ ਨਵੀਨਤਮ ਡੇਰੇਦਾਰ ਜਿਹੜੇ ਨੇ, ਉਹਨਾਂ ਨੇ ਵੀ ਆਪਣੇ ਜਿਹੜੇ ਉਹਨਾਂ ਦੇ ਸਾਧ ਜਾਂ ਉਹਨਾਂ ਦੇ ਸੰਤ ਨੇ, ਉਹਨਾਂ ਦੇ ਪ੍ਰਤੀ ਵੀ ਜਿਹੜੀਆਂ ਲਿਖਤਾਂ ਲਿਖੀਆਂ ਨੇ, ਉਹਨਾਂ ਦੇ ਵਿੱਚ ਵੀ ਬਿਲਕੁਲ ਇਸੇ ਤਰ੍ਹਾਂ ਦਾ ਹੀ ਜਿਹੜਾ ਕਲਯੁਗ ਦਾ ਹੈ ਉਹ ਚਿੱਤਰ ਜਿਹੜਾ ਹੈ ਉਹ ਪੇਸ਼ ਕੀਤਾ ਹੈ। ਜਾਂ ਕਹਿ ਸਕਦੇ ਕਿ ਦ੍ਰਿਸ਼ ਚਿੱਤਰਣ ਕਲਯੁਗ ਦਾ ਬਿਲਕੁਲ ਉਸੇ ਤਰ੍ਹਾਂ ਦਾ ਕੀਤਾ ਹੈ ਜਿਵੇਂ ਗੁਰੂ ਨਾਨਕ ਸਾਹਿਬ ਨੂੰ ਕਲਯੁਗ ਦੇ ਮਿਲਾਪ ਦੇ ਰੂਪ ਦੇ ਵਿੱਚ ਤਰਜ ਕੀਤਾ ਗਿਆ ਜਾਂ ਬਿਆਨ ਕੀਤਾ ਗਿਆ। ਔਰ ਉਸੇ ਤਰਜ਼ ਦੇ ਉੱਪਰ ਕਿਤੇ ਕਲਯੁਗ ਨੂੰ ਬਿਲਕੁਲ ਕਿਸੇ ਬਾਬੇ ਦੇ ਨਾਲ ਪ੍ਰਤੱਖ ਰੂਪ ਦੇ ਵਿੱਚ, ਸਰੀਰਕ ਰੂਪ ਦੇ ਵਿੱਚ ਡਰਾਉਂਦਿਆਂ ਤੇ ਮੁਲਾਕਾਤ ਕਰਦਾ ਵਿਖਾਇਆ ਹੈ, ਤੇ ਕਿਤੇ ਬਿੱਲੀ ਦੇ ਰੂਪ ਦੇ ਵਿੱਚ। ਹੁਣ ਇਸ ਦੀ ਖੋਜ ਦਾ ਵਿਸ਼ਾ ਹੈ ਕਿ ਆਧਾਰ ਕੀ ਹੈ। ਸੋ ਪਹਿਲੀ ਗੱਲ ਤਾਂ ਜੇਕਰ ਅਸੀਂ ਵੱਖ-ਵੱਖ ਜਨਮ ਸਾਖੀਆਂ ਦੀ ਗੱਲ ਕਰੀਏ, ਤੇ ਮੈਂ ਪਹਿਲਾਂ ਵੀ ਦੱਸ ਦਿੱਤਾ ਸੀ ਕਿ ਜਿਹੜੀ ਬਾਲਾ ਜੀ ਦੇ ਨਾਮ ਦੇ ਉੱਪਰ ਪ੍ਰਚਲਿਤ ਜਨਮ ਸਾਖੀ ਹੈ, ਉਹਦੇ ਜਿਹੜੇ ਪੁਰਾਣੇ ਨੁਕਸੇ ਨੇ, ਉਹਨਾਂ ਦੇ ਵਿੱਚ ਇਸ ਘਟਨਾਕ੍ਰਮ ਦਾ ਜ਼ਿਕਰ ਨਹੀਂ ਹੈ। ਜਿਹੜੇ ਨਵੀਨਤਮ ਵੱਖ-ਵੱਖ ਪ੍ਰਕਾਸ਼ਕਾਂ ਦੇ ਵੱਲੋਂ ਛਾਪੇ ਗਏ ਨੇ, ਜਿਨ੍ਹਾਂ ਦੇ ਉੱਪਰ ਤਕਰੀਬਨ ਹਰ ਐਡੀਸ਼ਨ ਦੇ ਉੱਪਰ ਲਿਖ ਦਿੱਤਾ ਜਾਂਦਾ ਹੈ ਕਿ ਪਹਿਲੀ ਨਾਲੋਂ ਵੱਡੀ ਤੇ ਸੋਧੀ ਹੋਈ, ਤੇ ਹਰ ਵਾਰੀ ਕੋਈ ਨਾ ਕੋਈ ਨਵੀਂ ਚੀਜ਼ ਪਾ ਦਿੱਤੀ ਜਾਂਦੀ ਹੈ। ਸੋ ਇੱਕ ਤਾਂ ਉਹਨਾਂ ਦੇ ਵਿੱਚ ਹੈ। ਪਰ ਜੇਕਰ ਅਸੀਂ ਪੁਰਾਤਨਤਾ ਦੀ ਗੱਲ ਕਰਦੇ ਹਾਂ, ਤਾਂ ਜਿਸ ਵੇਲੇ ਖਾਲਸਾ ਟਰੈਕਟ ਸੁਸਾਇਟੀ ਨੇ ਵਲਾਇਤ ਵਾਲੀ ਜਨਮ ਸਾਖੀ, ਜਿਸ ਨੂੰ ਕਿਹਾ ਜਾਂਦਾ ਹੈ, ਜਦੋਂ ਉਸ ਨੂੰ ਹਾਫਿਜ਼ਾਬਾਦ ਵਾਲੀ ਜਨਮ ਸਾਖੀ ਦੇ ਨਾਲ ਸੋਧ ਕੇ ਪ੍ਰਕਾਸ਼ਿਤ ਕੀਤਾ 1948 ਦੇ ਵਿੱਚ, ਤਾਂ ਉਹਦੇ ਵਿੱਚ ਵੀ ਇਸ ਦਾ ਜ਼ਿਕਰ ਹੈ। ਉਸ ਤੋਂ ਬਾਅਦ ਪੁਰਾਤਨ ਜਨਮ ਸਾਖੀ, ਜਿਸ ਨੂੰ ਸਰਦਾਰ ਸ਼ਮਸ਼ੇਰ ਸਿੰਘ ਹੁਣਾਂ ਨੇ ਸੰਪਾਦਿਤ ਕੀਤਾ, ਉਹਦੇ ਵਿੱਚ ਵੀ ਇਸ ਦਾ ਜ਼ਿਕਰ ਹੈ। ਪਰ ਨਾਲ ਹੀ ਸ਼ਮਸ਼ੇਰ ਸਿੰਘ ਅਸ਼ੋਕ ਹੁਣਾਂ ਨੇ ਫੁੱਟਨੋਟ ਦੇ ਕੇ ਇਸੇ ਹੀ ਜਨਮ ਸਾਖੀ ਨੂੰ ਸੰਪਾਦਿਤ ਕਰਦੇ ਹੋ, ਫੁੱਟਨੋਟ ਦੇ ਕੇ ਬੜਾ ਸਪਸ਼ਟ ਕਰ ਦਿੱਤਾ ਕਿ ਇਹ ਜਿਹੜੀ ਘਟਨਾ ਹੈ ਕਾਲਪਨਿਕ ਹੈ, ਤੇ ਕਲਯੁਗ ਕੌਣ ਹੈ ਉਸ ਦੇ ਬਾਰੇ ਅਸੀਂ ਅੱਗੇ ਵਿਚਾਰ ਕਰਦੇ ਹਾਂ ਕਿ ਗੁਰੂ ਨਾਨਕ ਸਾਹਿਬ ਦਾ ਕਲਯੁਗ ਦੇ ਨਾਲ ਮਿਲਾਪ ਤੇ ਹੋਇਆ, ਪਰ ਕੀ ਉਹ ਸਮੇਂ ਦੀ ਇਕਾਈ ਸੀ ਜਾਂ ਫਿਰ ਉਹ ਕੌਣ ਸੀ। ਫਿਰ ਇਸ ਦਾ ਜਿਹੜਾ ਸਭ ਤੋਂ ਮੈਂ ਕਹਿੰਦਾ ਕਿ ਇਸ ਤਰ੍ਹਾਂ ਦਾ ਜ਼ਿਕਰ, ਜਿਸ ਨੂੰ ਵਧੀਆ ਰੂਪ ਦੇ ਵਿੱਚ ਪੇਸ਼ਕਾਰੀ ਕਰਕੇ
ਆਉਣ ਵਾਲੀ ਪੀੜ੍ਹੀ ਤੱਕ ਦੱਸਿਆ ਤੇ ਸਮਝਾਇਆ ਜਾ ਸਕਦਾ ਸੀ। ਉਹ ਲੰਦਨ ਦੇ ਵਿੱਚ ਜਿਹੜੀ ਇੰਗਲੈਂਡ ਵਾਲੀ ਜਿਹੜੀ B42 ਜਨਮ ਸਾਖੀ ਜਿਹੜੀ ਡਾਕਟਰ ਪਿਆਰ ਸਿੰਘ ਹੁਣਾਂ ਦੇ ਵੱਲੋਂ ਸੰਪਾਦਿਤ ਕੀਤੀ ਗਈ, ਉਹਦੇ ਵਿੱਚ ਗੁਰੂ ਨਾਨਕ ਸਾਹਿਬ ਦੀ ਤੇ ਉਸ ਕਲਯੁਗ ਦੀ ਜਿਹੜੀ ਵਾਰਤਾਲਾਪ ਹੈ, ਉਹਦੇ ਵਿੱਚੋਂ ਤੁਹਾਨੂੰ ਸਪਸ਼ਟ ਹੋ ਜਾਵੇਗਾ ਕਿ ਕਲਯੁਗ ਹੈ ਕੀ। ਹੁਣ ਜਦੋਂ ਕੱਟਕ ਦੇ ਸਥਾਨ ਦੇ ਉੱਪਰ ਉਹ ਗੁਰੂ ਨਾਨਕ ਸਾਹਿਬ ਨੂੰ ਮਿਲਦਾ ਹੈ ਤਾਂ ਉਹਦੇ ਗੁਰੂ ਨਾਨਕ ਸਾਹਿਬ ਨੂੰ ਕਹੇ ਜਿਹੜੇ ਸ਼ਬਦ ਨੇ ਉਹ ਕੀ ਨੇ? ਮੇਰੇ ਰਾਜ ਤੇ ਮੇਰੀ ਪਾਤਸ਼ਾਹੀ ਦੇ ਵਿੱਚ ਤੁਸੀਂ ਪੈਰ ਪਾਇਆ ਹੈ ਤੇ ਮੈਂ ਧਨ ਹੋ ਗਿਆ, ਨਿਹਾਲ ਹੋਏ ਗਿਆ। ਕੁਛ ਭੇਟਾ ਮੇਰੇ ਵੱਲੋਂ ਮੇਰੇ ਪਾਸੋਂ ਕਬੂਲ ਕੀਜੀਏ। ਸੋ ਇਹਦਾ ਮਤਲਬ ਮੇਰਾ ਰਾਜ ਤੇ ਮੇਰੀ ਪਾਤਸ਼ਾਹੀ, ਮੇਰਾ ਇਲਾਕਾ, ਮੇਰਾ ਖਿੱਤਾ। ਹੁਣ ਜਿਹੜਾ ਸਮਾਂ ਹੈ, ਜੇਕਰ ਸਮੇਂ ਨੂੰ ਅਸੀਂ ਕਲਯੁਗ ਦੇ ਰੂਪ ਦੇ ਵਿੱਚ ਸਮੇਂ ਦੀ ਇਕਾਈ ਨੂੰ ਚਿਤਰਾਂਗੇ ਤੇ ਉੱਥੇ ਫਿਰ ਮੇਰੀ ਪਾਤਸ਼ਾਹੀ ਜਾਂ ਮੇਰੇ ਇਲਾਕੇ ਦੀ ਗੱਲ ਨਹੀਂ ਆਵੇਗੀ ਕਿ ਤੁਸੀਂ ਮੇਰੇ ਇਲਾਕੇ ਦੇ ਵਿੱਚ ਆਏ ਹੋ, ਬਲਕਿ ਸਾਰਾ ਸੰਸਾਰ ਉਸ ਕਾਲ ਦੇ ਅਧੀਨ ਹੁੰਦਾ, ਭਾਵ ਕਿ ਸਮੇਂ ਦੇ ਵਸ ਹੁੰਦਾ ਹੈ। ਸੋ ਇੱਥੋਂ ਸਪਸ਼ਟ ਹੋ ਜਾਂਦਾ ਹੈ ਕਿ ਇਹ ਸਮੇਂ ਦੀ ਇਕਾਈ ਦਾ ਸਕਾਰਾਤਮਕ ਰੂਪ ਨਹੀਂ ਪੇਸ਼ ਕੀਤਾ ਗਿਆ, ਇਹ ਜ਼ਰੂਰ ਕਿਸੇ ਨਾ ਕਿਸੇ ਵਿਅਕਤੀ ਵਿਸ਼ੇਸ਼ ਦਾ ਨਾਮ ਹੈ। ਪਰ ਜਿਹੜਾ ਰੌਚਕ ਦ੍ਰਿਸ਼ ਚਿੱਤਰਣ ਹੁੰਦਾ ਹੈ, ਉਹਦੇ ਵਿੱਚ ਕਿਤੇ ਨਾ ਕਿਤੇ ਜਦੋਂ ਇਵੇਂ ਦੀਆਂ ਸਾਖੀਆਂ ਸੁਣਾਈਆਂ ਜਾਂਦੀਆਂ ਨੇ ਤਾਂ ਕੁਦਰਤੀ ਸਾਨੂੰ ਕਿਤੇ ਨਾ ਕਿਤੇ ਕੰਨ ਰਸ ਦਾ ਸਾਡੇ 'ਚ ਬਹੁਤ ਜ਼ਿਆਦਾ ਰੁਝਾਨ ਹੈ। ਪਰ ਫਿਰ ਵੀ ਜਦੋਂ ਬਹੁਤ ਸਾਰੇ ਸਰੋਤਾਂ ਦੇ ਵਿੱਚ ਇਵੇਂ ਦੀ ਜਾਣਕਾਰੀ ਹੋਵੇ ਤਾਂ ਸਾਨੂੰ ਕਿਤੇ ਨਾ ਕਿਤੇ ਸਾਰੀਆਂ ਗੱਲਾਂ ਨੂੰ ਗੁਰਮਤਿ ਦੀ ਕਸਵੱਟੀ ਦੇ ਉੱਪਰ ਜ਼ਰੂਰ ਵੇਖਣਾ ਪੈਂਦਾ ਹੈ। ਵੇਖੋ, ਯੁਗਾਂ ਦੇ ਨਾਮ ਜ਼ਰੂਰ ਨੇ ਕਿ ਕੋਈ ਦੁਆਪਰ ਹੈ, ਕੋਈ ਤ੍ਰੇਤਾ ਹੈ, ਕੋਈ ਸਤਯੁਗ ਹੈ, ਕੋਈ ਕਲਯੁਗ ਹੈ। ਪਰ ਗੁਰੂ ਪਾਤਸ਼ਾਹ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਇਹ ਗੱਲ ਬਿਲਕੁਲ ਸਪਸ਼ਟ ਕਰ ਦਿੱਤੀ ਹੈ ਕਿ ਕੋਈ ਵੀ ਭਿਆਨਕ ਨਹੀਂ ਹੈ ਔਰ ਕਿਸੇ ਦੇ ਵਿੱਚ ਕੋਈ ਵੀ ਬਦਲਾਅ ਨਹੀਂ ਹੈ। ਹਰ ਯੁੱਗ ਦੇ ਵਿੱਚ ਚੰਗੀਆਂ ਘਟਨਾਵਾਂ ਵੀ ਵਾਪਰਦੀਆਂ ਨੇ ਤੇ ਮਾੜੀਆਂ ਘਟਨਾਵਾਂ ਵੀ ਵਾਪਰਦੀਆਂ ਨੇ। ਸੇਈ ਚੰਦ ਚੜੇ ਸੇ ਤਾਰੇ, ਸੇਈ ਦਿਨੀਰ ਤਪਤ ਰਹੇ, ਸਾ ਧਰਤੀ ਸਾ ਪਵਨ ਚਲਾ ਰਹੇ, ਜੁਗ ਜੀ ਖੇਲੇ ਥਾਂ ਕੈਸੇ। ਸੋ ਗੁਰੂ ਪਾਤਸ਼ਾਹ ਤੇ ਕਹਿੰਦੇ ਕਿ ਉਹੀ ਚੰਦਰਮਾ ਹੁੰਦਾ ਹੈ, ਉਹੀ ਸੂਰਜ ਹੁੰਦਾ ਹੈ, ਉਹੀ ਤਾਰੇ ਹੁੰਦੇ ਨੇ, ਉਹੀ ਧਰਤੀ ਹੁੰਦੀ ਹੈ, ਉਹੀ ਹਵਾ ਹੁੰਦੀ ਹੈ। ਗੱਲ ਤੇ ਲੋਕਾਂ ਦੀ ਮਾਨਸਿਕਤਾ ਦੀ ਹੈ ਕਿ ਹਰ ਸਮੇਂ ਦੀ ਇਕਾਈ ਦੇ ਵਿੱਚ ਕੁਝ ਲੋਕ ਚੰਗੇ ਵੀ ਹੁੰਦੇ ਨੇ ਤੇ ਕੁਝ ਲੋਕ ਮਾੜੇ ਵੀ ਹੁੰਦੇ ਨੇ। ਹੁਣ ਅਸੀਂ ਇਸ ਨੂੰ ਜਾਚਣ ਦਾ, ਘੋਖਣ ਦਾ ਜਾਂ ਫਿਰ ਐਨਾਲਾਈਜ਼ ਕਰਨ ਦਾ ਯਤਨ ਕਰੀਏ ਕਿ ਕਲਯੁਗ ਸੀ ਕੌਣ ਜਿਹੜਾ ਗੁਰੂ ਨਾਨਕ ਸਾਹਿਬ ਨੂੰ ਮਿਲਿਆ। ਸੋ ਜਿਸ ਵੇਲੇ ਗੁਰੂ ਨਾਨਕ ਸਾਹਿਬ ਤੇ ਮਰਦਾਨਾ ਜੀ ਉੜੀਸਾ ਦੇ ਵਿੱਚ ਕੱਟਕ ਦੇ ਸਥਾਨ ਦੇ ਉੱਪਰ ਪਹੁੰਚੇ ਨੇ ਤਾਂ ਉਸ ਵੇਲੇ ਜਿਹੜਾ ਉੱਥੋਂ ਦਾ ਰਾਜਾ ਸੀ, ਇਹ ਜਗਨਨਾਥਪੁਰੀ, ਜਿੱਥੇ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਆਰਤੀ ਦਾ ਉਚਾਰਨ ਕੀਤਾ ਸੀ, ਉਹਦੇ ਨੇੜੇ ਦੀ ਘਟਨਾ ਹੈ। ਤੇ ਉਸ ਵੇਲੇ ਜਿਹੜਾ ਉੜੀਸਾ ਦਾ ਰਾਜਾ ਸੀ ਉਹ ਪ੍ਰਤਾਪ ਰੁਦਰਦੇਵ ਸੀ। ਪ੍ਰਤਾਪ ਰੁਦਰਦੇਵ ਜਿਹੜਾ ਉਹ ਸੂਰਜਵੰਸ਼ੀ ਰਾਜਾ ਸੀ ਤੇ ਉਸ ਦਾ ਜਿਹੜਾ ਪਿਤਾ ਸੀ ਉਹ ਪਰਸ਼ੋਤਮ ਦੇਵ ਸੀ। ਪਰਸ਼ੋਤਮ ਦੇਵ ਤੇ ਉਸ ਦਾ ਪੁੱਤਰ ਜਿਹੜਾ ਪ੍ਰਤਾਪ ਰੁਦਰਦੇਵ ਹੈ, ਇਹ ਦੋਵੇਂ ਹੀ ਉਹਨਾਂ ਸਮਿਆਂ ਦੇ ਵਿੱਚ ਬੜੇ ਸਖੀ ਸੁਭਾਅ ਦੇ, ਬੜੇ ਚੰਗੇ ਸੁਭਾਅ ਦੇ ਤੇ ਹਰ ਤਰ੍ਹਾਂ ਦੇ ਕਹਿ ਸਕਦੇ ਹੋ ਕਿ ਮਹਾਤਮਾ ਜਾਂ ਫਿਰ ਕਿਸੇ ਵੀ ਅਧਿਆਤਮਕਵਾਦੀ ਵਿਅਕਤੀ ਦਾ ਸਤਿਕਾਰ ਕਰਨ ਵਾਲੇ ਸਨ। ਜਦੋਂ ਪ੍ਰਤਾਪ ਰੁਦਰਦੇਵ ਨੂੰ ਇਸ ਗੱਲ ਦਾ ਪਤਾ ਲੱਗਾ ਕਿ ਮੇਰੇ ਇਲਾਕੇ ਦੇ ਵਿੱਚ ਜਾਂ ਮੇਰੇ ਰਾਜ ਦੇ ਵਿੱਚ ਕੋਈ ਖਾਸ ਇੱਕ ਵਿਸ਼ੇਸ਼ ਮਹਾਤਮਾ ਆਏ ਨੇ ਜਿਨ੍ਹਾਂ ਦਾ ਇੱਕ ਸਾਥੀ ਰਬਾਬ ਵਜਾਉਂਦਾ ਹੈ ਤੇ ਮਹਾਤਮਾ ਜੀ ਆਪ ਉਸ ਅਕਾਲ ਪੁਰਖ ਦੀ ਉਸਤਤ ਕਰਦੇ ਨੇ ਤੇ ਉਹ ਕੱਟਕ ਦੇ ਅਸਥਾਨ ਦੇ ਉੱਪਰ ਗੁਰੂ ਨਾਨਕ ਸਾਹਿਬ ਦੇ ਦੀਦਾਰ ਕਰਨ ਦੇ ਵਾਸਤੇ ਆਉਂਦਾ ਹੈ। ਜਦੋਂ ਉਹ ਗੁਰੂ ਪਾਤਸ਼ਾਹ ਦੇ ਦੀਦਾਰ ਕਰਦਾ ਹੈ, ਗੁਰੂ ਪਾਤਸ਼ਾਹ ਦੇ ਅੱਗੇ ਨਤਮਸਤਕ ਹੁੰਦਾ ਹੈ ਤੇ ਬਹੁਤ ਪਿਆਰ ਦੇ ਨਾਲ ਗੁਰੂ ਪਾਤਸ਼ਾਹ ਦਾ ਸਤਿਕਾਰ ਕਰਦਾ ਹੈ। ਸੋ ਕੁਦਰਤੀ ਜਦੋਂ ਰਾਜਾ ਆ ਕੇ ਮਿਲਦਾ ਹੈ ਗੁਰੂ ਸਾਹਿਬ ਨੂੰ ਤਾਂ ਸਾਰੇ ਰਾਜ ਦੇ ਵਿੱਚ ਇਹ ਗੱਲ ਤਾਂ ਫੈਲ ਜਾਂਦੀ ਹੈ ਤੇ ਉਹਨਾਂ ਸਮਿਆਂ ਦੇ ਵਿੱਚ ਜਿਹੜਾ ਜਗਨਨਾਥਪੁਰੀ ਦਾ ਮੰਦਿਰ ਹੈ, ਇਹਦਾ ਕਹਿ ਸਕਦੇ ਹੋ ਕਿ ਜਿਹੜਾ ਅਧਿਕਾਰ ਖੇਤਰ ਸੀ ਉਹ ਵੀ ਰਾਜੇ ਦੇ ਅਧੀਨ ਆਉਂਦਾ ਸੀ। ਇਸੇ ਕਰਕੇ ਇਹ ਜਿਹੜਾ ਰਾਜਾ ਸੀ ਜਿਸ ਦਾ ਨਾਮ ਪ੍ਰਤਾਪ ਰੁਦਰਦੇਵ ਸੀ, ਇਸ ਨੂੰ ਰਾਜਾ ਜਗਨਨਾਥ ਵੀ ਕਹਿੰਦੇ ਸੀ ਕਿ ਜਗਨਨਾਥ ਦਾ ਰਾਜਾ ਵੀ ਇਹੀ ਹੈ। ਪਰ ਜਿਹੜਾ ਜਗਨਨਾਥ ਦਾ ਮੁੱਖ ਪੁਜਾਰੀ ਸੀ, ਜਿਸ ਦੇ ਬਾਰੇ ਗਿਆਨੀ ਗਿਆਨ ਸਿੰਘ ਨੇ ਇਹ ਵੀ ਜ਼ਿਕਰ ਕੀਤਾ ਤਵਾਰੀਖ ਗੁਰੂ ਖਾਲਸਾ ਦੇ ਵਿੱਚ ਕਿ ਉਹ ਕਿਸੇ ਸਮੇਂ ਉਹ ਪਰਿਵਾਰ ਪੰਜਾਬ ਦਾ ਰਹਿਣ ਵਾਲਾ ਸੀ। ਸੋ ਜਦੋਂ ਜਗਨਨਾਥਪੁਰੀ ਦੇ ਮੁੱਖ ਪੁਜਾਰੀ ਜਿਹੜਾ ਸਭ ਤੋਂ ਵੱਧ
ਚੜਾਵੇ ਦੇ ਵਿੱਚੋਂ ਹਿੱਸਾ ਲੈਂਦਾ ਸੀ। ਜਦੋਂ ਉਹਦੇ ਤੱਕ ਇਹ ਗੱਲ ਪਹੁੰਚਦੀ ਹੈ ਕਿ ਇੱਕ ਆਏ ਹੋਏ ਮਹਾਤਮਾ ਜੀ ਦੇ ਨਾਲ ਰਾਜੇ ਦੀ ਮੁਲਾਕਾਤ ਹੋਈ ਹੈ ਤੇ ਰਾਜਾ ਇੰਨਾ ਪ੍ਰਭਾਵਿਤ ਹੋਇਆ ਹੈ ਕਿ ਉਹ ਉਸ ਮਹਾਤਮਾ ਨੂੰ ਆਪ ਅੱਗੇ ਜਾ ਕੇ ਮਿਲਣ ਗਿਆ ਹੈ, ਤਾਂ ਉਹਦੇ ਮਨ ਦੇ ਵਿੱਚ, ਉਸ ਜਗਨਨਾਥਪੁਰੀ ਦੇ ਵੱਡੇ ਪੁਜਾਰੀ ਦੇ ਮਨ ਦੇ ਵਿੱਚ ਇੱਕ ਭੈ ਪੈਦਾ ਹੁੰਦਾ ਹੈ ਕਿ ਕਿਤੇ ਜੇਕਰ ਰਾਜਾ ਇੰਨਾ ਸਤਿਕਾਰ ਕਰ ਰਿਹਾ ਹੈ ਤੇ ਕਿਤੇ ਰਾਜਾ ਇਸ ਮਹਾਤਮਾ ਪੁਰਸ਼ ਨੂੰ ਇਸ ਧਾਰਮਿਕ ਸਥਾਨ ਦਾ ਧਰਮ ਅਧਿਕਾਰੀ ਜਾਂ ਆਪਣਾ ਰਾਜ ਗੁਰੂ ਨਾਲ ਨਿਯੁਕਤ ਕਰ ਲਏ। ਸੋ ਉਹਦੇ ਮਨ ਦੇ ਵਿੱਚ ਇੱਕ ਡਰ ਪੈਦਾ ਹੁੰਦਾ ਹੈ, ਇੱਕ ਭੈ ਪੈਦਾ ਹੁੰਦਾ ਹੈ, ਕਿਉਂਕਿ ਮਨ ਲਾਲਚ ਦੇ ਵੱਸ ਹੈ, ਕਿਉਂਕਿ ਸਭ ਤੋਂ ਵੱਧ ਜਿਹੜਾ ਜਗਨਨਾਥਪੁਰੀ ਦਾ ਚੜਾਵਾ ਹੈ ਉਸ ਦੇ ਕੋਲ ਆ ਰਿਹਾ। ਹੁਣ ਇਹ ਹੈ ਕੌਣ? ਇਹ ਜਿਹੜਾ ਜਗਨਨਾਥਪੁਰੀ ਦਾ ਮੁੱਖ ਜਿਹੜਾ ਪਾਂਡਾ ਹੈ, ਇਸ ਦਾ ਨਾਮ ਹੈ ਕਲਯੁਗ। ਔਰ ਇਸ ਦਾ ਜ਼ਿਕਰ, ਜਿਹੜੀ ਮੈਂ ਪਹਿਲਾਂ ਗੱਲ ਕੀਤੀ ਸੀ ਕਿ 1969 ਦੇ ਵਿੱਚ ਜਦੋਂ ਸ਼ਮਸ਼ੇਰ ਸਿੰਘ ਅਸ਼ੋਕ ਹੁਣਾਂ ਨੇ ਜਨਮ ਸਾਖੀ ਨੂੰ ਸੰਪਾਦਿਤ ਕੀਤਾ ਤੇ ਉਹਦੇ ਫੁੱਟਨੋਟ ਦੇ ਵਿੱਚ ਬਕਾਇਦਾ ਜਾਣਕਾਰੀ ਦਿੱਤੀ ਹੈ ਕਿ ਜਿਸ ਵੇਲੇ 1870 ਦੇ ਵਿੱਚ ਗਿਆਨੀ ਗਿਆਨ ਸਿੰਘ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਚਰਨ ਛੋਹ ਅਸਥਾਨਾਂ ਦੀ ਖੋਜ ਵਾਸਤੇ ਗਏ, ਤਾਂ ਉਸ ਵੇਲੇ ਜਦੋਂ ਉਹ ਜਗਨਨਾਥਪੁਰੀ ਪਹੁੰਚੇ ਤਾਂ ਉਹ 3 ਮਹੀਨੇ ਉੱਥੇ ਠਹਿਰੇ ਤੇ ਉਹਨਾਂ 3 ਮਹੀਨਿਆਂ ਦੇ ਦੌਰਾਨ ਉਹ ਜਿਸ ਦੇ ਕੋਲ ਠਾਰੇ ਉਹ ਭਗਵਾਨ ਦਾਸ ਕਲਯੁਗ ਸੀ। ਉਹਨਾਂ ਨੇ ਫਿਰ ਉੱਥੇ ਦੱਸਿਆ ਕਿ ਇਹ ਜਿਹੜਾ ਭਗਵਾਨ ਦਾਸ ਕਲਯੁਗ ਹੈ, ਇਹ ਉਹੀ ਜਿਹੜਾ ਜਗਨਨਾਥਪੁਰੀ ਦਾ ਮੁੱਖ ਪੁਜਾਰੀ ਸੀ, ਉਸ ਦਾ ਨਾਮ ਕਲਯੁਗ ਸੀ। ਤੇ ਕੁਝ ਸਰੋਤ ਇਹ ਵੀ ਕਹਿੰਦੇ ਨੇ, ਜਿਸ ਤਰ੍ਹਾਂ ਮਹਾਨ ਕੋਸ਼ ਦੇ ਵਿੱਚ ਥੋੜਾ ਜ਼ਿਕਰ ਮਿਲਦਾ ਹੈ ਕਿ ਬੜਾ ਅਭਿਮਾਨੀ ਤੇ ਬੜਾ ਉਪਦਰਵੀ, ਕਿ ਹਰ ਗੱਲ ਦੇ ਉੱਪਰ ਝਗੜਾ ਕਰਨ ਵਾਲਾ, ਇਸ ਤਰ੍ਹਾਂ ਦੀ ਬਿਰਤੀ ਹੋਣ ਕਰਕੇ ਹੋ ਸਕਦਾ ਉਸ ਦਾ ਨਾਮ ਹੋਰ ਹੋਵੇ, ਪਰ ਉਸ ਨੂੰ ਕਲਯੁਗ ਕਹਿ ਕੇ ਹੀ ਪੁਕਾਰਿਆ ਜਾਂਦਾ ਸੀ। ਤੇ ਉਹਦੀ ਪੀੜ੍ਹੀ ਦਰ ਪੀੜ੍ਹੀ ਚੱਲਦੀ ਆ ਰਹੀ ਪਰੰਪਰਾ ਦੇ ਨਾਲ ਕਲਯੁਗ ਨਾਮ ਹੀ ਜੁੜ ਗਿਆ। ਇਸੇ ਕਰਕੇ ਗਿਆਨੀ ਗਿਆਨ ਸਿੰਘ ਨੇ ਤਵਾਰੀਖ ਗੁਰੂ ਖਾਲਸਾ ਦੇ ਵਿੱਚ, ਇਸ ਤੋਂ ਇਲਾਵਾ ਸ਼ਮਸ਼ੇਰ ਸਿੰਘ ਅਸ਼ੋਕ ਹੋਣਾ ਨੇ ਤੇ ਹੋਰ ਵੀ ਬਹੁਤ ਸਾਰੇ ਲਿਖਾਰੀਆਂ ਨੇ ਇਸ ਗੱਲ ਦਾ ਜ਼ਿਕਰ ਕੀਤਾ ਹੈ ਕਿ ਗਿਆਨੀ ਗਿਆਨ ਸਿੰਘ ਦੀ 1870 ਦੇ ਵਿੱਚ ਜਦੋਂ ਉਸ ਦੀ ਪੀੜ੍ਹੀ ਦਰ ਪੀੜ੍ਹੀ ਚੱਲ ਰਹੀ ਜਿਹੜੀ ਵੰਸ਼ ਪਰੰਪਰਾ ਸੀ, ਉਸ ਦੇ ਪੁਜਾਰੀ ਦੇ ਨਾਲ ਮੁਲਾਕਾਤ ਹੋਈ ਤੇ ਉਸ ਦਾ ਨਾਮ ਭਗਵਾਨ ਦਾਸ ਕਲਯੁਗ ਸੀ। ਹੁਣ ਜਦੋਂ ਗੁਰੂ ਨਾਨਕ ਸਾਹਿਬ ਨੂੰ ਕਲਯੁਗ ਮਿਲਦਾ ਹੈ, ਹੁਣ ਜਿਹੜਾ ਚਿੱਤਰਣ ਤਸਵੀਰਾਂ ਦੇ ਵਿੱਚ, ਜਾਂ ਜਿਹੜੀ ਮੈਂ ਤੁਹਾਨੂੰ ਵੀਡੀਓਜ਼ ਦੀ ਗੱਲ ਕੀਤੀ ਹੈ, ਤੁਸੀਂ ਵੀ ਸਰਚ ਕਰ ਸਕਦੇ ਹੋ YouTube ਦੇ ਉੱਪਰ ਕਿ ਗੁਰੂ ਨਾਨਕ ਸਾਹਿਬ ਦਾ ਕਲਯੁਗ ਦੇ ਨਾਲ ਮਿਲਾਪ, ਤੇ ਉਹਦੇ ਵਿੱਚ ਜਿਹੜਾ ਇੱਕ ਬਹੁਤ ਹੀ ਕਹਿ ਸਕਦੇ ਕਿ ਭੈਦਾਇਕ ਜਾਂ ਇੱਕ ਡਰਾਉਣਾ ਜਿਹੜਾ ਉਹਦਾ ਅਕਸ ਸਾਡੇ ਸਾਹਮਣੇ ਸਿਰਜਿਆ ਜਾਂਦਾ ਹੈ, ਤਾਂ ਕੱਲ੍ਹ ਨੂੰ ਸਾਡੀ ਆਉਣ ਵਾਲੀ ਪੀੜ੍ਹੀ ਜਾਂ ਸਾਡੇ ਬੱਚੇ ਇਹ ਸਾਡੇ ਤੇ ਸਵਾਲ ਕਰਨਗੇ ਕਿ ਕੀ ਜਿਹੜਾ ਸਮਾਂ ਹੈ ਉਹ ਵੀ ਸਰੀਰ ਰੂਪ ਦੇ ਵਿੱਚ ਇਸ ਤਰ੍ਹਾਂ ਮਿਲ ਸਕਦਾ ਹੈ? ਨਹੀਂ, ਇਹ ਕਲਯੁਗ ਜਿਹੜਾ ਹੈ ਇਹ ਜਗਨਨਾਥਪੁਰੀ ਦਾ ਪਾਂਡਾ ਹੈ। ਤੇ ਜਦੋਂ ਇਸ ਦੇ ਮਨ ਦੇ ਅੰਦਰ ਇਹ ਡਰ ਪੈਦਾ ਹੁੰਦਾ ਹੈ ਕਿ ਕਿਤੇ ਗੁਰੂ ਨਾਨਕ ਸਾਹਿਬ ਨੂੰ ਰਾਜਾ ਜਿਹੜਾ ਹੈ ਇੱਥੋਂ ਦਾ ਧਾਰਮਿਕ ਵਿਅਕਤੀ ਜਾਂ ਇੱਥੋਂ ਦੇ ਧਾਰਮਿਕ ਪੁਰਖ ਮੰਨਦੇ ਹੋਏ ਇੱਥੋਂ ਦੀ ਸਾਰੀ ਜ਼ਿੰਮੇਵਾਰੀ ਨਾ ਸੌਂਪ ਦੇਵੇ, ਤਾਂ ਇਹ ਗੁਰੂ ਨਾਨਕ ਸਾਹਿਬ ਨੂੰ ਜਗਨਨਾਥਪੁਰੀ ਤੋਂ ਬਾਹਰ ਆ ਕੇ ਮਿਲਦਾ ਹੈ, ਡਰਾਉਂਦਾ ਵੀ ਹੈ, ਧਮਕਾਉਂਦਾ ਵੀ ਹੈ, ਕਿਸੇ ਗੱਲ ਦਾ ਅਸਰ ਨਹੀਂ ਹੁੰਦਾ। ਫਿਰ ਲਾਲਚ ਦਿੰਦਾ ਹੈ ਕਿ ਤੁਸੀਂ ਮੇਰੇ ਕੋਲ ਜਿੰਨੇ ਵੀ ਹੀਰੇ ਮੋਤੀ ਲੈਣਾ ਚਾਹੁੰਦੇ ਹੋ ਲੈ ਲਓ, ਪਰ ਤੁਸੀਂ ਇੱਥੋਂ ਚਲੇ ਜਾਓ। ਉੱਥੇ ਫਿਰ ਗੁਰਦੇਵ ਪਾਤਸ਼ਾਹ ਪਾਵਨ ਸ਼ਬਦ ਉਚਾਰਦੇ ਨੇ, ਜਿਹੜਾ ਅਸੀਂ ਅਕਸਰ ਪੜ੍ਹਦੇ ਹਾਂ, ਮਤ ਦੇਖ ਭੂਲਾ ਵਿਸਰੇ ਤੇਰਾ ਚਿੱਤ ਨਾ ਆਵੇ ਨਾਓ, ਮੋਤੀ ਤਾਂ ਮੰਦਰ ਉਸਰੇ ਰਤਨੀ ਤਾਂ ਹੋਏ ਜੜਾਓ, ਕਸਤੂਰ ਕੰਗੂ ਅਗਰ ਚੰਦਨ ਲੀਪ ਆਵੇ ਚਾਓ, ਮਤ ਦੇਖ ਭੂਲਾ ਵਿਸਰੇ ਤੇਰਾ ਚਿੱਤ ਨਾ ਆਵੇ ਨਾਓ। ਸੋ ਜਦੋਂ ਗੁਰੂ ਨਾਨਕ ਸੱਚੇ ਪਾਤਸ਼ਾਹ ਉਹਦੇ ਵੱਲੋਂ ਜਿੰਨੀਆਂ ਵੀ ਪੇਸ਼ਕਸ਼ ਕੀਤੀਆਂ ਜਾਂਦੀਆਂ ਨੇ, ਜਦੋਂ ਕੱਲੀ ਕੱਲੀ ਪੇਸ਼ਕਸ਼ ਨੂੰ ਠੁਕਰਾ ਦਿੰਦੇ ਨੇ ਔਰ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਇੰਨੀ ਪਿਆਰੀ ਸ਼ਬਦਾਵਲੀ ਦੇ ਵਿੱਚ ਜਵਾਬ ਦਿੰਦੇ ਨੇ, ਤੇ ਜਿਹੜਾ ਕਲਯੁਗ ਨਾਮਕ ਇਹ ਪੁਜਾਰੀ ਹੈ ਇਹ ਗੁਰੂ ਨਾਨਕ ਸਾਹਿਬ ਦੇ ਚਰਨਾਂ ਦੇ ਉੱਪਰ ਢਹਿ ਪੈਂਦਾ ਹੈ। ਔਰ ਫਿਰ ਇਸ ਤੋਂ ਅੱਗੇ ਇਤਿਹਾਸ ਦੇ ਵਿੱਚ ਜ਼ਿਕਰ ਮਿਲਦਾ ਹੈ ਕਿ ਜਗਨਨਾਥਪੁਰੀ ਲੋਕਾਂ ਦੇ ਪੀਣ ਦੇ ਵਾਸਤੇ ਜਿਹੜਾ ਖੂਹ ਲਵਾਇਆ ਗਿਆ, ਉਸ ਖੂਹ ਦੀ ਨਿਸ਼ਾਨਦੇਹੀ ਗੁਰੂ ਸਾਹਿਬ ਨੇ ਡੰਡੇ ਦੇ ਨਾਲ ਗੁਰੂ ਨਾਨਕ ਸਾਹਿਬ ਨੇ ਕੀਤੀ, ਤੇ ਉਸ ਦੀ ਇਮਾਰਤ ਮਾਫ ਕਰਨਾ ਜਿਹੜੀ ਤਮੀਰ ਕਰਨੀ ਸੀ, ਉਸ ਨੂੰ ਜਿਹੜਾ ਉੱਥੇ ਬਣਾਉਣਾ ਸੀ, ਖਦਵਾਉਣਾ ਸੀ, ਪੱਕਾ ਕਰਨਾ ਸੀ, ਉਹ ਸਾਰਾ ਜਿਹੜਾ ਖਰਚਾ ਹੈ ਉਹ ਇਸੇ ਹੀ ਕਲਯੁਗ ਨਾਮੀ ਪੁਜਾਰੀ ਦੇ ਵੱਲੋਂ ਕੀਤਾ ਗਿਆ। ਸੋ ਮੈਂ ਆਸ ਕਰਦਾ ਕਿ ਤੁਸੀਂ ਹੁਣ ਸਮਝ ਗਏ ਹੋਵੋਗੇ ਕਿ ਜਿਹੜਾ ਗੁਰੂ ਨਾਨਕ ਸਾਹਿਬ ਦੇ ਨਾਲ ਕਲਯੁਗ ਦੇ ਨਾਲ ਮਿਲਾਪ ਹੈ, ਉਸ ਨੂੰ ਕਿਸ ਤਰ੍ਹਾਂ ਦੇ ਨਾਲ ਸਾਡੇ ਸਾਹਮਣੇ ਪੇਸ਼ ਕੀਤਾ ਗਿਆ ਔਰ ਇਹਦੇ ਪਿੱਛੇ ਅਸਲੀਅਤ ਕੀ ਹੈ।
ਸੋ ਇੰਨੀਆਂ ਬੇਨਤੀਆਂ ਪ੍ਰਵਾਨ, ਫਤਿਹ ਦੀ ਸਾਂਝ, ਸਤਿਕਾਰ ਸਹਿਤ ਆਖਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ